ਸਤਿ ਸ੍ਰੀ ਅਕਾਲ ਬੇਟਾ ਜੀ। ਰਿਫਰੈਕਸ਼ਨ ਦਾ ਅਸੀਂ ਇੰਟਰੋਡਕਸ਼ਨ ਲੈ ਚੁੱਕੇ ਹਾਂ ਕਿ ਰਿਫਰੈਕਸ਼ਨ ਕੀ ਹੁੰਦੀ ਹੈ। ਬੈਂਡਿੰਗ ਆਫ ਲਾਈਟ ਹੈ ਜਦੋਂ ਲਾਈਟ ਇੱਕ ਮੀਡੀਅਮ ਤੇ ਦੂਜੇ ਮੀਡੀਅਮ ਤੇ ਜਾਂਦੀ ਹੈ। ਫੋਰ ਐਗਜ਼ਾਮਪਲ, ਇਹ ਸਾਡਾ ਰਿਫਰੈਕਟਿੰਗ ਸਰਫੇਸ ਹੋਵੇ ਜਿੱਥੇ ਰਿਫਰੈਕਸ਼ਨ ਹੋਣੀ ਹੈ। ਇਹ ਸਰਫੇਸ ਕੀ ਕਰਦਾ ਹੈ? ਸੈਪਰੇਟ ਕਰ ਰਿਹਾ ਹੈ ਦੋ ਮੀਡੀਅਮਸ ਨੂੰ। ਮੰਨ ਲਓ ਇਹ ਮੀਡੀਅਮ 1 ਹੈ, ਇਹ ਮੀਡੀਅਮ 2 ਹੈ। ਮੰਨ ਲਓ ਇਹ ਡੈਂਸਰ ਮੀਡੀਅਮ ਹੈ, ਕੰਪੇਅਰ ਕਰ ਰਹੇ ਹਾਂ ਇਸ ਲਾਈਟਰ ਮੀਡੀਅਮ ਤੋਂ। ਤਾਂ ਅਸੀਂ ਦੇਖਦੇ ਹਾਂ ਜੇ ਲਾਈਟ ਕਿਸੇ ਐਂਗਲ ਨਾਲ ਕੇਸ ਤੋਂ ਇੱਕ ਸਾਨੂੰ ਬਣਾਉਣਾ ਪੈਣਾ ਹੈ ਇੱਥੇ ਨਾਰਮਲ ਇਸ ਸਰਫੇਸ ਤੇ ਜਿਹੜਾ ਪੁਆਇੰਟ ਆਫ ਇੰਸੀਡੈਂਸ ਹੈ ਉਸ ਤੋਂ 90 ਡਿਗਰੀ ਲੈ ਲੈਂਦੇ ਹਾਂ ਅਸੀਂ। ਇਹ ਨਾਰਮਲ ਡਰਾ ਕਰ ਦਿੱਤਾ। ਇਹ ਜਿਹੜਾ ਐਂਗਲ ਹੈ ਐਂਗਲ ਆਫ ਇੰਸੀਡੈਂਸ कहलाता है। ਤੇ ਕਿਉਂਕਿ M2 ਜੇ ਹੈ ਉਹ ਇੱਕ ਡੈਂਸਰ ਮੀਡੀਅਮ ਹੈ ਤਾਂ ਲਾਈਟ ਸਿੱਧੀ ਨਹੀਂ ਜਾਂਦੀ। ਲਾਈਟ ਵਿਲ ਨਾਟ ਗੋ ਸਟ੍ਰੇਟ, ਇਟ ਵਿਲ ਬੈਂਡ। ਠੀਕ ਹੈ, ਜਸਟ ਡਿਫਰੈਂਟ ਕਲਰ ਦੱਸਿਆ ਹੈ, ਇੱਕੋ ਹੀ ਰੇ ਹੈ ਬਟ ਇਹ this will be the refracted ray। ਓਕੇ, ਤਾਂ ਇੱਥੇ ਤੱਕ ਅਸੀਂ ਸਮਝ ਚੁੱਕੇ ਹਾਂ। ਨਾਓ ਦਿਸ ਐਂਗਲ ਇਜ਼ ਰਿਫਰੈਕਸ਼ਨ ਐਂਗਲ। ਅਸੀਂ ਇੱਥੇ ਦੇਖ ਸਕਦੇ ਹਾਂ ਐਂਗਲ ਆਫ ਇੰਸੀਡੈਂਸ ਵੱਡਾ ਹੈ ਤੇ ਐਂਗਲ ਆਫ ਰਿਫਰੈਕਸ਼ਨ ਉਸ ਤੋਂ ਛੋਟਾ ਹੈ। ਨਾਓ ਅੱਜ ਅਸੀਂ ਇੱਕ ਫਾਰਮੂਲਾ ਸਿੱਖ ਲੈਣਾ ਹੈ ਕਿਉਂਕਿ ਇਹ ਤਾਂ ਸਾਡਾ ਅੰਦਾਜ਼ਾ ਹੈ ਕਿ ਅਸੀਂ ਇੱਕ ਐਂਗਲ ਤੋਂ ਲਾਈਟ ਪਾ ਰਹੇ ਹਾਂ, ਉਹ ਬੈਂਡ ਹੋ ਰਹੀ ਹੈ, ਨਾਰਮਲ ਟੂਵਰਡਸ ਜਾ ਰਹੀ ਹੈ ਕਿਉਂਕਿ ਡੈਂਸਰ ਮੀਡੀਅਮ ਹੈ, ਲਾਈਟ ਇਕੱਠੀ ਹੋ ਰਹੀ ਹੈ। ਬਟ ਹਾਊ ਮਚ? ਜੇ ਇਹਦਾ ਐਂਗਲ ਦਾ ਪਤਾ ਹੋਵੇ 30 ਡਿਗਰੀ ਹੈ ਤਾਂ ਇਹ ਦੇਖਣਾ ਹੈ ਅਸੀਂ ਕਿ ਆਰ ਕਿੰਨਾ ਹੋਏਗਾ। ਯਾਨੀ ਕਿ ਹੁਣ ਸਾਨੂੰ ਕੁਝ ਫਾਰਮੂਲਾ ਚਾਹੀਦਾ ਹੈ। ਸਿਰਫ ਬੈਂਡਿੰਗ ਨਹੀਂ ਦੱਸਣੀ ਕਿ ਬੈਂਡ ਹੋਏਗੀ, ਨਾਰਮਲ ਦੇ ਕੋਲ ਜਾਏਗਾ, ਇਹ ਵੀ ਦੱਸਣਾ ਹੈ ਕਿਤਨੇ ਐਂਗਲ ਤੋਂ। ਤਾਂ ਇਹਦੇ ਵਾਸਤੇ ਸਾਨੂੰ ਜਿਹੜੇ ਸਾਇੰਟਿਸਟ ਹਨ, ਸਨੈਲੀਅਸ, ਇਹਨਾਂ ਸਾਇੰਟਿਸਟ ਦਾ ਨਾਮ ਹੈ ਸਨੈਲੀਅਸ। ਜਿਹੜਾ ਚੰਦਰਮਾ ਹੈ ਉਹਦਾ ਇੱਕ ਕ੍ਰੇਟਰ ਵੀ ਹੈ। ਕ੍ਰੇਟਰ मतलब एक गड्ढा, जिसका नाम इन्होंने रिस्पेक्ट देने वास्ते बनाया गया है। तो यही जो हमारे साइंटिस्ट हैं इन्होंने ही एक लॉ दिया है जिसको हम बोलते हैं स्नेल्स लॉ। ये असी अज डिस्कस करना है स्नेल्स लॉ की है। ठीक है, इन्होंने सानू रिलेशन दे देना है रिफ्रैक्टिव एंगल और एंगल ऑफ इंसीडेंट विच। वही डायग्राम दोबारा बना लेंगे हाँ। ये मीडियम M1 है, ये M2 है। मान लो ये डेंसर है और ये लाइटर है। हुण इत्थे इंसीडेंट रे पैंदी है नॉर्मल, क्योंकि ये मीडियम डेंसर है, बैंड हो जाएगी लाइट, नॉर्मल दे कोल आ जाएगी। दिस इज़ R एंड दिस इज़ I। ओके, दिस इज़ द आर ऑब्जरवेशन। असी जिहड़ी ऑब्जरवेशन की है वो इदां दी है। हुण सानू ਜਿਹੜਾ ਵੀ ਫਾਰਮੂਲਾ ਆਏ, ਠੀਕ ਹੈ, ਉਹ ਇਹਨੂੰ ਸਿੱਧ ਕਰਦਾ ਹੋਵੇ ਕਿ ਜਿਹੜੀ ਐਂਗਲ ਹੈ ਘਟਣਾ ਚਾਹੀਦਾ ਹੈ ਡੈਂਸਰ ਮੀਡੀਅਮ 'ਚ। ਹੁਣ ਇਸ ਤੋਂ ਪਹਿਲੇ ਇੱਕ ਚੀਜ਼ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਡੈਂਸਰ ਮੀਡੀਅਮ 'ਚ ਜਿਹੜੀ ਵੈਲੋਸਿਟੀ ਹੁੰਦੀ ਹੈ V2, ਇਹ ਕੀ ਹੈ? ਵੈਲੋਸਿਟੀ ਆਫ ਲਾਈਟ। ਇਨ ਮੀਡੀਅਮ 2 and here it will be V1, velocity of light in medium 1। ਹੁਣ ਸਾਨੂੰ ਪਤਾ ਹੈ ਡੈਂਸਰ ਮੀਡੀਅਮ 'ਚ ਵੈਲੋਸਿਟੀ ਘਟ ਜਾਂਦੀ ਹੈ। ਇਹ ਮੰਨ ਲਓ 에ਅਰ ਹੈ, ਇਹ ਵਾਟਰ ਹੈ, ਹੋ ਗਿਆ ਨਾ ਡੈਂਸਰ, ਉੱਪਰ ਹੋ ਗਿਆ ਲਾਈਟਰ ਮੀਡੀਅਮ। ਹੁਣ ਜਿਹੜਾ ਲਾਅ ਹੈ ਉਹ ਕੁਝ ਇਸ ਤਰ੍ਹਾਂ ਹੈ। ਜੇ ਪਹਿਲੇ ਮੀਡੀਅਮ ਦੀ ਵੈਲੋਸਿਟੀ V1 ਜਿੱਥੇ ਸਾਡੀ ਰੇ ਇੰਸੀਡੈਂਟ ਹੋ ਰਹੀ ਹੈ ਉਹਦੀ ਬੜਾ ਕੀਤੀ ਜਾਏ ਸਾਈਨ ਥੀਟਾ ਕੀਤਾ ਜਾਏ। ਸਾਈਨ ਥੀਟਾ ਆਈ ਮਤਲਬ ਇੰਸੀਡੈਂਸ ਐਂਗਲ, ਉਹਦਾ ਸਾਈਨ ਥੀਟਾ ਲੈ ਲਿੱਤਾ ਜਾਵੇ। ਜਿਵੇਂ 30 ਡਿਗਰੀ ਹੈ ਤਾਂ ਸਾਈਨ ਥੀਟਾ ਇੱਥੇ ਪਾ ਦਈਏ, V1 ਵੈਲੋਸਿਟੀ ਪਾ ਦਈਏ ਉਸ ਮੀਡੀਅਮ ਦੀ। ਇਹ ਕੌਨਸਟੈਂਟ ਰਹਿੰਦੀ ਹੈ, ਫਿਕਸ ਰਹਿੰਦੀ ਹੈ। ਮਤਲਬ ਰਿਫਰੈਕਸ਼ਨ ਹੋਣ ਦੇ ਬਾਅਦ ਵੀ ਇਹ ਰੇਸ਼ੋ ਸੇਮ ਰਹੇਗੀ। ਜਦੋਂ ਰਿਫਰੈਕਟ ਹੋ ਜਾਂਦਾ ਹੈ ਇਹ ਕੇਸ 'ਚ ਕੀ ਹੋਏਗਾ? ਦੂਜੇ ਮੀਡੀਅਮ 'ਚ ਵੈਲੋਸਿਟੀ ਚੇਂਜ ਹੋ ਜਾਏਗੀ ਤੇ एंगल भी रिफ्रैक्शन का चेंज हो जाएगा साइन थीटा R। और असी कह सकते हैं दोनों चीज़ां की होणगियां कॉन्सटेंट होएगा। ਇਹਦਾ मतलब की है?
ਕਾਂਸਟੈਂਟ ਹੋਣ ਦਾ ਕਿਸੇ ਰੇਸ਼ੋ ਦਾ ਮਤਲਬ ਕੀ ਹੈ, ਥੋੜ੍ਹਾ ਜਿਹਾ ਅਸੀਂ ਸਮਝ ਲੈਣਾ ਹੈ। ਜਿਵੇਂ ਮੈਂ ਕਹਾਂ ਕੋਈ ਚੀਜ਼ 2 ਰਹਿਣੀ ਚਾਹੀਦੀ ਹੈ, ਫਿਕਸ ਹੈ, ਕਾਂਸਟੈਂਟ ਹੈ, ਤਾਂ ਇਹ ਦੱਸੋ ਕਿਆ 4/2 ਇਹ ਰੇਸ਼ੋ ਹੀ ਹੈ? ਇਹ 2 ਦੇ ਦੇਗੀ? ਕਰੈਕਟ ਸਰ, 2 ਨਾਲ 2 ਕੱਟ ਜਾਏਗਾ। ਯੈਸ। ਹੁਣ ਮੈਂ ਜਿਵੇਂ ਕਹਾਂ ਇਹ ਰੇਸ਼ੋ ਜਿਹੜੀ ਹੈ ਵਧਾਣੀ ਹੈ, ਉੱਪਰ ਵਾਲਾ ਰਕਮ ਵਧਾ ਦਿਓ 8, ਤਾਂ ਥੱਲੇ ਵਾਲੀ ਚੀਜ਼ ਨੂੰ ਵੀ ਵਧਣਾ ਪੈਣਾ ਹੈ 4, ਕਿਉਂਕਿ ਰੇਸ਼ੋ ਕਾਂਸਟੈਂਟ 2 ਦੀ ਹੀ ਰਹਿਣੀ ਚਾਹੀਦੀ ਹੈ। ਇੱਕ ਹੋਰ ਕੰਮ ਕਰਦਾ ਹਾਂ, ਉੱਪਰ ਵਾਲੀ ਵੈਲਿਊ ਨੂੰ ਘਟਾ ਦਿੰਦਾ ਹਾਂ, ਤਾਂ ਥੱਲੇ ਵਾਲੀ ਵੈਲਿਊ ਵੀ ਘਟਣੀ ਚਾਹੀਦੀ ਹੈ, 1 ਹੋ ਜਾਏਗੀ, ਰਾਈਟ, ਜਿਹਦੇ ਕਰਕੇ ਰੇਸ਼ੋ ਦੁਬਾਰਾ ਤੋਂ 2 ਦੀ ਆ ਜਾਵੇ। ਇਹ ਨਾਰਮਲ ਭਾਸ਼ਾ 'ਚ ਕਹਾਂ, ਜੇ ਕੋਈ ਕਾਂਸਟੈਂਟ ਹੈ ਤਾਂ ਉੱਪਰ ਦੀ ਵੈਲਿਊ ਜੇ ਅਸੀਂ ਇੰਕਰੀਜ਼ ਕਰਾਂਗੇ ਥੱਲੇ ਵੀ ਇੰਕਰੀਜ਼ ਕਰਨਾ ਪਏਗਾ, ਕਿਉਂਕਿ ਸਾਨੂੰ ਵੈਲਿਊ ਕਾਂਸਟੈਂਟ ਰੱਖਣੀ ਹੈ। ਜੇ ਅਸੀਂ ਉੱਪਰ ਦੀ ਵੈਲਿਊ ਘਟਾਉਂਦੇ ਹਾਂ ਥੱਲੇ ਦੀ ਵੈਲਿਊ ਵੀ ਘਟਾਉਣੀ ਪਏਗੀ, ਕਿਉਂਕਿ ਅਸੀਂ ਇਹਨੂੰ ਕਾਂਸਟੈਂਟ ਰੱਖਣਾ ਹੈ। ਤਾਂ ਇਸ ਤਰ੍ਹਾਂ ਅਸੀਂ ਕਾਂਸਟੈਂਟ ਕਹਿਣ ਦਾ ਭਾਵ ਕੀ ਹੈ ਇਹ ਸਮਝ ਸਕਦੇ ਹਾਂ। ਜੇ ਅਸੀਂ ਇਹ ਕਨਸੈਪਟ ਸਮਝ ਗਏ 2 ਵਾਲਾ ਅਤੇ ਰੇਸ਼ੋ ਜਿਹੜੀ ਚੇਂਜ ਹੋ ਰਹੀਆਂ ਹਨ, ਤਾਂ ਥੱਲੇ ਨੂੰ ਕਿੱਦਾਂ ਫਰਕ ਪਏਗਾ, ਉੱਪਰ ਵਾਲੀ ਵੈਲਿਊ ਨੂੰ ਫਰਕ ਕਿੱਦਾਂ ਪਏਗਾ, ਤਾਂ ਹੁਣ ਅਸੀਂ ਪ੍ਰੈਕਟੀਕਲੀ ਇਸ ਫਾਰਮੂਲੇ ਨੂੰ ਸਮਝ ਸਕਦੇ ਹਾਂ। ਦੇਖੋ, ਵੀ ਆਰ ਕਮਿੰਗ ਬੈਕ ਟੂ ਦ ਸੇਮ ਥਿੰਗ, ਬਟ ਹੁਣ ਅਸੀਂ ਕੁਐਸਚਨ ਪੜ੍ਹਦੇ ਹਾਂ। ਇੱਥੇ ਦੱਸੋ ਵੈਲੋਸਿਟੀ ਸਭ ਤੋਂ ਘੱਟ ਕਿੱਥੇ ਹੈ, V1 ਦੀ ਹੈ ਕਿ V2 ਦੀ ਹੈ? ਸਰ V2 ਜਿਹੜਾ ਹੈ ਡੈਂਸਰ ਮੀਡੀਅਮ ਹੈ, ਜਿਹੜਾ ਮੀਡੀਅਮ 2 ਹੈ ਡੈਂਸਰ ਮੀਡੀਅਮ ਹੈ, ਤਾਂ ਵੈਲੋਸਿਟੀ A ਘਟੇਗੀ। ਅੱਛਾ, ਜੇ ਇਹ ਵੈਲਿਊ ਘਟ ਗਈ, ਸਮਝ ਗਏ, ਇਹ ਤਾਂ ਕਾਂਸਟੈਂਟ ਹੋਣੀ ਚਾਹੀਦੀ ਹੈ, ਰੇਸ਼ੋ ਸੇਮ ਰਹਿਣਾ ਚਾਹੀਦਾ ਹੈ, ਤਾਂ ਸਾਈਨ ਥੀਟਾ ਆਰ ਵੀ ਘਟ ਜਾਏਗਾ। ਉਹੀ ਹੁੰਦਾ ਪਿਆ ਹੈ, ਸਾਈਨ ਥੀਟਾ ਘਟਦਾ ਪਿਆ ਹੈ, ਇਹਦਾ ਮਤਲਬ ਥੀਟਾ ਵੀ ਘਟ ਰਿਹਾ ਹੈ, ਕਿਉਂਕਿ ਥੀਟਾ ਔਰ ਸਾਈਨ ਥੀਟਾ ਸੇਮ ਹੀ ਤਰ੍ਹਾਂ ਵੱਧਦੇ ਹਨ ਜੇ 0 ਤੇ 90 ਡਿਗਰੀ ਦੇਖੀਏ ਤਾਂ। ਤੁਸੀਂ ਦੇਖਿਆ ਹੋਣਾ, ਥੋੜ੍ਹਾ ਜਿਹਾ ਰਿਵਾਈਜ਼ ਕਰ ਲਈਏ। ਸਾਈਨ 0 ਹੁੰਦਾ ਹੈ, ਸਾਈਨ 30 ਡਿਗਰੀ 0.5 ਹੁੰਦਾ ਹੈ, 45 ਕਿੰਨਾ ਹੋ ਜਾਂਦਾ ਹੈ 0.7। ਦੇਖੋ, ਜਿੱਦਾਂ ਜਿੱਦਾਂ ਸਾਈਨ ਥੀਟਾ ਦੀ ਵੈਲਿਊ ਵੱਧ ਰਹੀ ਹੈ ਉੱਦਾਂ ਹੀ ਸਾਡੇ ਐਂਗਲਸ ਹਨ ਉਹ ਵੀ ਵੱਧ ਰਹੇ ਹਨ। ਤਾਂ 90 ਤੱਕ ਦੇਖੀਏ ਤਾਂ ਜਿੱਦਾਂ ਥੀਟਾ ਵੱਧ ਰਿਹਾ ਹੈ ਉੱਦਾਂ ਹੀ ਸਾਡਾ ਜਿਹੜਾ ਸਾਈਨ ਥੀਟਾ ਦੀ ਵੈਲਿਊ ਹੈ ਉਹ ਵੀ ਵੱਧ ਰਹੀ ਹੈ। ਤਾਂ ਇਹ ਕਹਿਣਾ ਗਲਤ ਨਹੀਂ ਹੋਏਗਾ ਜੇ ਮੈਂ ਕਹਿ ਰਿਹਾ ਹਾਂ ਐਂਗਲ ਵੀ ਘਟ ਜਾਏਗਾ ਜਾਂ ਸਾਈਨ ਥੀਟਾ ਵੀ ਘਟ ਜਾਏਗਾ, ਉਹ ਦੋਨੋਂ ਇੱਕੋ ਜਿਹੀ ਗੱਲ ਹੈ। ਤਾਂ ਇੱਥੇ ਕੀ ਹੋਏਗਾ, ਇਫ V1 ਸਾਈਨ ਥੀਟਾ ਆਈ ਹੋ ਰਿਹਾ ਹੈ ਤਾਂ ਇਕੁਅਲ ਟੂ ਦੇ ਬਾਅਦ, ਕਿਉਂਕਿ ਵੈਲੋਸਿਟੀ ਘਟ ਗਈ, ਥੀਟਾ ਨੂੰ ਵੀ ਘਟਣਾ ਪੈਣਾ ਹੈ, ਤਾਂ ਹੀ ਕਰਕੇ ਤੁਹਾਨੂੰ ਛੋਟਾ ਐਂਗਲ ਇੱਥੇ ਮਿਲ ਰਿਹਾ ਹੈ। ਤਾਂ ਇਹ ਤਾਂ ਆ ਗਿਆ ਫਾਰਮੂਲਾ, ਥੋੜ੍ਹਾ ਜਿਹਾ ਅਸੀਂ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲਿਆ। ਕਿਆ ਇਹ ਫਾਰਮੂਲਾ ਅਸੀਂ ਜਦੋਂ ਵੀ ਲਾਵਾਂਗੇ ਜਦੋਂ ਇਹ ਮੀਡੀਅਮ ਪੁੱਠੇ ਹੋ ਜਾਣ, ਯਾਨੀ ਕਿ ਜਿਹੜਾ M1 ਹੈ ਉਹ ਅਸੀਂ ਕੀ ਕਰ ਦੇਣਾ ਹੈ, ਲੈਟ ਮੀ ਡਰਾ, ਇਹ ਰਿਫਰੈਕਟਿੰਗ ਸਰਫੇਸ M1 ਇਜ਼ ਡੈਂਸਰ, ਇਹ ਕਾਣਾ ਮੀਡੀਅਮ ਹੈ, N2 ਜਿਹੜਾ ਹੈ ਲਾਈਟਰ ਹੈ। ਐਗਜ਼ਾਮਪਲ ਦੇ ਤੌਰ ਤੇ ਹੁਣ ਵਾਟਰ ਉੱਪਰ ਹੈ ਐਂਡ 에ਅਰ ਥੱਲੇ ਹੈ, ਤਾਂ ਫਾਰਮੂਲਾ ਇੱਥੇ ਲਿਖ ਲਈਏ। ਹੁਣ ਫਾਰਮੂਲਾ ਨੂੰ ਅੰਡਰਸਟੈਂਡ ਕਰਦੇ ਹਨ। V1 ਸਾਈਨ ਥੀਟਾ I ਵਿਲ ਬੀ ਇਕੁਅਲ ਟੂ V2 ਸਾਈਨ ਥੀਟਾ R, ਐਂਡ ਇਹ ਕੌਂਸਟੈਂਟ ਰਹਿੰਦਾ ਹੈ, ਇਹ ਰੇਸ਼ੋ ਕੌਂਸਟੈਂਟ ਰਹੇਗੀ। ਹੁਣ ਇਸ ਫਾਰਮੂਲੇ ਦੇ ਹਿਸਾਬ ਨਾਲ ਡਾਇਗਰਾਮ ਬਣਾਉਂਦੇ ਹਨ। ਦੇਖੋ, ਚਲੋ ਇੱਕ ਲਾਈਟ ਇੰਸੀਡੈਂਟ ਕਰਾਈਏ। ਦਿਸ ਇਜ਼ ਦ ਪੁਆਇੰਟ ਆਫ ਕੰਟੈਕਟ, ਮੈਂ ਇੱਕ ਨਾਰਮਲ ਬਣਾ ਲੈਂਦਾ ਹਾਂ। ਸੋ ਦਿਸ ਇਜ਼ ਦ ਐਂਗਲ I, ਓਕੇ। ਨਾਓ ਇੱਥੇ V1 ਕੀ ਹੋਏਗਾ ਔਰ V2 ਕੀ ਹੋਏਗਾ, ਕੌਣ ਜ਼ਿਆਦਾ ਹੋਏਗਾ? ਇੱਥੇ V1 ਔਰ V2 'ਚ ਕਿਆ ਰਿਲੇਸ਼ਨ ਹੈ, ਕੌਣ ਜ਼ਿਆਦਾ ਹੈ? ਡੈਂਸਰ ਮੀਡੀਅਮ 'ਚ ਵੈਲੋਸਿਟੀ ਘੱਟ ਹੁੰਦੀ ਹੈ ਔਰ ਜਿਹੜਾ ਹਲਕਾ ਮੀਡੀਅਮ ਹੈ, ਲਾਈਟਰ ਮੀਡੀਅਮ ਹੈ, ਉਹਦੇ 'ਚ ਜ਼ਿਆਦਾ ਹੁੰਦੀ ਹੈ ਸਪੀਡ ਆਫ ਲਾਈਟ। ਤਾਂ ਮੈਂ ਇੱਥੇ ਕਹਿ ਸਕਦਾ ਹਾਂ ਬਿਕੋਜ਼ V2 ਇਜ਼ ਗ੍ਰੇਟਰ ਦੈਨ V1। ਇਹ ਤਾਂ ਪਤਾ ਲੱਗ ਗਿਆ ਸਾਨੂੰ, 에ਅਰ 'ਚ ਲਾਈਟ ਦੀ ਸਪੀਡ ਜ਼ਿਆਦਾ ਹੋਏਗੀ, ਪਾਣੀ 'ਚ ਘੱਟ ਹੋਏਗੀ। ਤਾਂ ਉਹਦੇ ਕਾਰਨ ਕੀ ਇਸ ਫਾਰਮੂਲੇ 'ਚ ਫਰਕ ਪੈਂਦਾ ਹੈ, ਦੇਖ ਲਈਏ। ਜਦੋਂ ਇਹ ਲਾਈਟ V1 ਮੀਡੀਅਮ 'ਤੇ ਆਈ ਹੈ ਨਾ, ਇਹਦਾ ਕੁਝ ਐਂਗਲ ਬਣਦਾ ਪਿਆ ਸੀ, ਸਾਈਨ ਥੀਟਾ ਆਈ ਅਸੀਂ ਕੱਢ ਸਕਦੇ ਹਾਂ, 30 45 ਕੁਝ ਵੀ ਹੋਵੇ। ਹੁਣ ਜਦੋਂ ਅਸੀਂ ਇਕੁਅਲ ਟੂ ਕਰ ਰਹੇ ਹਾਂ, V2 ਕੀ ਹੈ, ਘੱਟ ਹੈ ਕਿ ਜ਼ਿਆਦਾ ਹੈ? ਇਹ ਤਾਂ ਜ਼ਿਆਦਾ ਹੈ। ਤਾਂ ਜੇ ਰੇਸ਼ੋ ਕੌਂਸਟੈਂਟ ਰੱਖਣਾ ਹੈ, ਜੇ ਇਹ ਵੈਲਿਊ ਵੱਧ ਰਹੀ ਹੈ ਤਾਂ ਸਾਈਨ ਥੀਟਾ ਦੀ ਵੈਲਿਊ ਵੀ ਵਧਣੀ ਚਾਹੀਦੀ, ਜਾਂ ਥੀਟਾ ਦੀ ਵੈਲਿਊ ਵੀ ਵਧਣੀ ਚਾਹੀਦੀ ਹੈ। ਤਾਂ ਜਿਹੜੀ ਰਿਫਰੈਕਟਿਡ ਲਾਈਨ ਹੋਣੀ ਹੈ ਉਹ ਨਾਰਮਲ ਤੋਂ ਦੂਰ ਹੋ ਜਾਏਗੀ, ਜਿਹਦੇ ਕਰਕੇ R ਜਿਹੜਾ ਹੋਏ ਵੱਡਾ ਹੋਵੇ।
ਤਾਂ ਅਸੀਂ ਜਿਹੜਾ ਸਨੈਲਸ ਲਾਅ ਦਾ ਫਾਰਮੂਲਾ ਹੈ ਉਹ ਵੈਲੋਸਿਟੀ ਆਫ ਸਪੀਡ ਦੇ ਹਿਸਾਬ ਨਾਲ ਸਮਝ ਚੁੱਕੇ ਹਾਂ। ਹਾਲੇ ਵੀ ਸਾਨੂੰ ਇਹ ਆਨਸਰ ਨਹੀਂ ਮਿਲਿਆ, ਫਾਰਮੂਲਾ ਤਾਂ ਅੰਡਰਸਟੈਂਡ ਕਰ ਲਿਆ, ਬਟ ਸਰ ਐਗਜ਼ੈਕਟਲੀ ਦੱਸ ਸਕਦੇ ਹੋ ਕਿਆ? ਕੈਨ ਯੂ ਟੈਲ ਐਗਜ਼ੈਕਟਲੀ ਹਾਊ ਮਚ? ਤਾਂ ਇੱਕ ਐਗਜ਼ਾਮਪਲ ਕਰ ਲੈਂਦੇ ਹਾਂ, ਉਹਦੇ ਨਾਲ ਥੋੜ੍ਹਾ ਜਿਹਾ ਕਲੀਅਰ ਹੋ ਜਾਏਗਾ। ਅਸੀਂ ਐਗਜ਼ਾਮਪਲ ਲਵਾਂਗੇ, ਇੱਥੇ ਰਿਫਰੈਕਟਿੰਗ ਸਰਫੇਸ ਹੈ ਔਰ ਲਾਈਟ मान लो 45 डिग्री पे पै रही है। लेट मी टेल यू द मीडियम्स, दिस इज M1, this is M1 which is a lighter medium and M2 is a denser medium। हमेशा ज़्यादातर असी की करना है, जो सैकेंड मीडियम है वो 2 नाल करना है। तो जिथे भी 2 है मीनस यू आर कमिंग फ्रॉम 1 to 2, तो इतने M1 to M2 ही जाना है। डायरेक्शन का ध्यान रहे, ਅਸੀਂ ਇੱਧਰ ਨੂੰ ਜਾ ਰਹੇ ਹਾਂ, ਲਾਈਟ ਰੇ ਇੱਥੇ ਇੰਸੀਡੈਂਟ ਹੋ ਰਹੀ ਹੈ। ਇਹ ਤੇ ਅਸੀਂ ਨਾਰਮਲ ਡਰਾ ਕਰ ਲੈਣਾ ਹੈ। ਹੁਣ ਸਾਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਇਹ ਐਂਗਲ ਮੰਨ ਲਓ ਚਲੋ 30 ਡਿਗਰੀ ਕਰ ਦੇਣਾ, ਠੀਕ ਹੈ। ਤਾਂ ਸਾਨੂੰ ਪਤਾ ਹੈ ਇਹ ਥੋੜਾ ਕੋਲ ਆ ਜਾਏਗਾ ਕਿਉਂਕਿ ਡੈਂਸਰ ਮੀਡੀਅਮ ਹੈ। ਬਟ ਹਾਊ ਟੂ ਕੈਲਕੂਲੇਟ ਦਿਸ, ਹਾਊ ਟੂ ਕੈਲਕੂਲੇਟ ਆਰ, ਹੈ ਨਾ। ਹੁਣ ਇੱਥੇ ਸਾਨੂੰ V1 ਪਤਾ ਹੋਏ ਜਾਂ V2 ਪਤਾ ਹੋਵੇ ਤਾਂ ਅਸੀਂ ਕੱਢ ਸਕਦੇ ਹਾਂ, ਸਨੈਲਸ ਲਾਅ ਲਾ ਸਕਦੇ ਹਾਂ। ਬਟ ਦੇਰ ਇਜ਼ ਅਨਦਰ ਵੇ ਆਫ ਡੂਇੰਗ ਇਟ, ਅਸੀਂ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ। ਤੁਹਾਨੂੰ ਇੱਕ ਨੰਬਰ ਦੱਸ ਦਿੰਦਾ ਹਾਂ, ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ। ਸਪੀਡ ਆਫ ਲਾਈਟ, ਬਿਕੋਜ਼ ਵੀ ਨੋ ਦੈਟ ਲਾਈਟ ਦੀ ਸਪੀਡ ਜਿਹੜੀ ਹੈ ਮੀਡੀਅਮ ਦੇ ਹਿਸਾਬ ਨਾਲ ਚੇਂਜ ਹੁੰਦੀ ਪਈ ਹੈ, ਤਾਂ ਇੱਥੇ ਬੋਲਣਾ ਇਹ ਬਹੁਤ ਜ਼ਰੂਰੀ ਰਹੇਗਾ ਕਿ ਆਈ ਐਮ ਟਾਕਿੰਗ ਅਬਾਊਟ ਸਪੀਡ ਆਫ ਲਾਈਟ ਇਨ ਵੈਕਿਊਮ। वैक्यूम ਦਾ ਮਤਲਬ ਜਿੱਥੇ ਕੁਝ ਵੀ ਨਹੀਂ ਹੈ, ਕੋਈ ਐਟਮ ਮੋਲੀਕੂਲ ਕੁਝ ਨਹੀਂ ਹੈ, ਲਾਈਟ ਨੂੰ ਕੋਈ ਵੀ ਰੈਜ਼ਿਸਟੈਂਸ ਨਹੀਂ ਹੈ, ਤਾਂ ਜਦੋਂ ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ ਇਹ ਵੈਲਿਊ ਨੋਟ ਕਰ ਲੈਣੀ ਹੈ, ਸਾਰਿਆਂ ਨੂੰ ਯਾਦ ਹੀ ਹੈ 3 × 10⁸ ਮੀਟਰ ਪਰ ਸੈਕਿੰਡ। ਜੇ ਇਹਦਾ ਅਹਿਸਾਸ ਕਰਨਾ ਹੈ, ਭਾਵ ਲੈਣਾ ਹੈ, ਤਾਂ 3 ਲੱਖ ਕਿਲੋਮੀਟਰ ਪਰ ਸੈਕਿੰਡ। ਜਸਟ ਕਨਵਰਸ਼ਨ ਕੀਤੀ ਹੈ ਮੀਟਰ ਦੀ ਕਿਲੋਮੀਟਰ ਤੇ, ਇਹ ਥੋੜਾ ਯਾਦ ਰਹਿ ਜਾਂਦਾ ਹੈ। यानी कि लाइट 1 सेकंड 3 लाख किलोमीटर चल जाती है, कितनी फास्ट है देखो। नाउ इफ वी नो व्हाट इज़ द स्पीड ऑफ लाइट इन वैक्यूम, सो आई विल गिव यू सम नंबर्स ਜਿਹੜੇ ਅਸੀਂ ਡਿਸਕਸ ਕਰ ਰਹੇ ਹਨ। 1.3 ਫॉर ਵਾਟਰ, ਦੇਖਦੇ ਹਾਂ ਕੀ ਮਤਲਬ ਇਹਦਾ, ਐਂਡ 1.5 ਫॉर ਗਲਾਸ। ਇਹ ਨੰਬਰ ਕੀ ਹਨ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਤਾਂ ਇਹਨਾਂ ਨੂੰ ਇੱਕ ਸਪੈਸ਼ਲ ਨਾਂ ਦਿੰਦੇ ਆ ਰਿਫਰੈਕਟਿਵ ਇੰਡੈਕਸ। ਫੈਂਸੀ ਜਿਹਾ ਨਾਂ ਹੈ, ਬਟ ਇਹਦਾ ਭਾਵ ਪਤਾ ਕਰਨਾ ਹੈ ਮਤਲਬ ਕੀ ਹੈ। ਇਹਦੇ ਨਾਲ, ਇਹਨਾਂ ਨੰਬਰਾਂ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਲਾਈਟ ਕਿੰਨੀ ਸਲੋ ਹੋਏਗੀ। ਦੇਖੋ ਲਾਈਟ ਵੈਕਿਊਮ 'ਚ ਮੈਕਸਿਮਮ ਸਪੀਡ ਕਹਿ ਸਕਦੇ ਹਾਂ, ਕਿਸੇ ਵੀ ਮੀਡੀਅਮ 'ਚ ਸਲੋ ਹੀ ਹੋਣੀ ਹੈ ਨਾ। ਵੈਕਿਊਮ ਦੇ ਸਿਵਾ ਹੋਰ ਕੀ ਹੋ ਸਕਦਾ ਹੈ ਜਿੱਥੇ ਕੁਝ ਵੀ ਨਹੀਂ ਹੈ। ਹੁਣ ਕੁਝ ਵੀ ਆ ਜਾਏਗਾ, ਲਾਈਟ ਨੇ ਸਲੋ ਹੀ ਹੋਣਾ ਹੈ, ਬਟ ਕਿਤਨਾ, ਤਾਂ ਇਹ ਨੰਬਰ ਸਾਨੂੰ ਆਈਡੀਆ ਦੇਗਾ। ਜਿਵੇਂ ਮੈਂ ਮੰਨ ਲਵਾਂ ਸਪੀਡ ਆਫ ਲਾਈਟ 3 × 10⁸ ਮੀਟਰ ਪਰ ਸੈਕਿੰਡ ਹੁੰਦੀ ਹੈ। ਇਹਨੂੰ ਬਾਰ-ਬਾਰ ਲੰਬਾ ਜਿਹਾ ਨਾ ਲਿਖਣਾ ਪਵੇ ਮੈਨੂੰ, ਮੈਂ ਇਹਨੂੰ C ਕਹਿ ਦੇਵਾਂ, ਠੀਕ ਹੈ। ਤਾਂ ਤੁਸੀਂ ਮੈਨੂੰ ਪੁੱਛੋ ਕਿ ਸਰ ਵਾਟ ਇਜ਼ ਦ ਸਪੀਡ ਆਫ ਲਾਈਟ ਇਨ ਵਾਟਰ, ਇਸ ਤੋਂ ਪਤਾ ਲਾ ਲੈਣਾ ਹੈ। मैं पूछांगा कि व्हाट इज़ द स्पीड ऑफ लाइट, सर C और 3 × 10⁸ मीटर पर सेकेंड, जस्ट डिवाइडेड बाय refractive index 1.3. This will be the speed of light in water. ਦੱਸ ਸਕਦੇ ਹੋ what is the speed of light in glass? It is C divided by 1.5. ਤਾਂ ਸਮਝ ਆ ਗਿਆ। ਜਿੱਦਾਂ ਹੀ ਵੈਲਿਊ ਵਧੀ ਜਾਏਗੀ ਰਿਫਰੈਕਟਿਵ ਇੰਡੈਕਸ ਦੀ, ਇਹਦਾ ਮਤਲਬ ਲਾਈਟ ਹੋਰ ਜ਼ਿਆਦਾ ਸਲੋ ਹੋ ਜਾਏਗੀ। ਥੋੜ੍ਹਾ ਜਿਹਾ ਹੋਰ ਭਾਵ ਲੈ ਲਈਏ, ਕੋਈ ਮੀਡੀਅਮ ਹੈ, ਹੁਣ ਮੈਂ ਨਾਂ ਨਹੀਂ ਦੱਸਦਾ ਪਿਆ, ਬਟ ਇਹਦਾ ਰਿਫਰੈਕਟਿਵ ਇੰਡੈਕਸ ਜਿਹਨੂੰ ਅਸੀਂ ਐਨ ਨਾਲ ਡਿਨੋਟ ਕਰਦੇ ਹਾਂ, ਹੈ ਨਾ, ਮੇ ਬੀ ਕੋਈ ਮੀਡੀਅਮ ਹੈ NM, ਇਹ ਦਿੱਤਾ ਹੋਇਆ ਹੈ 2। ਵਾਟ ਇਜ਼ ਦ ਸਪੀਡ ਆਫ ਲਾਈਟ ਇਨ ਦਿਸ ਮੀਡੀਅਮ, ਸਰ 3 × 10⁸ ਜਾਂ C ਲੈ ਲਓ ਡਿਵਾਈਡਡ ਬਾਈ 2, यानी कि जो भी स्पीड ऑफ लाइट होंगी है ਉਹਦਾ ਅੱਧਾ ਹੀ ਰਹਿ ਜਾਏਗਾ, 50% स्लो होगी लाइट। तो इदा असी समझना है ना। अगर 4 होंदा ਤਾਂ सर जी स्पीड ऑफ लाइट है ਉਹਦਾ चौथा हिस्सा डिवाइडेड बाय 4, तो समझ गए। इदा असी रिफ्रैक्टिव इंडेक्स का भाव ले लिया। व्हाट इट इज़ टेलिंग हाउ मच स्लोअर इट विल गेट, एंड देयर इज़ अ नंबर। एक और मतलब ले सकते हाँ,
ਜਿਹੜਾ ਹੈ ਮੋਰ ਰਿਫਰੈਕਟਿਵ ਇੰਡੈਕਸ ਕਿਸੇ ਵੀ ਮੀਡੀਅਮ ਦਾ ਹੋਵੇ ਤਾਂ ਪਹਿਲੇ ਤਾਂ ਜ਼ਿਆਦਾ ਸਲੋ ਹੋਏਗੀ ਲਾਈਟ, ਹੈ ਨਾ, ਇਹ ਸਾਨੂੰ ਪਤਾ ਲੱਗ ਗਿਆ, ਇਹ ਭਾਵ ਅਸੀਂ ਕਰ ਚੁੱਕੇ ਹਾਂ। ਬਟ ਦ ਸੈਕੰਡ ਇਜ਼ ਮੋਰ ਬੈਂਡਿੰਗ, ਚਾਹੇ ਨੋਰਮਲ ਦੇ ਕੋਲ ਆਏ ਜਾਂ ਨੋਰਮਲ ਦੇ ਦੂਰ ਜਾਏ, ਉਹ ਜਿਹੜੀ ਡੇਵੀਏਸ਼ਨ ਹੋਏਗੀ ਉਹ ਜ਼ਿਆਦਾ ਹੋਏਗੀ। ਯਾਨੀ ਕਿ ਹੁਣ ਮੈਨੂੰ ਕੋਈ ਪੁੱਛੇ ਇਹ ਥੱਲੇ ਮੀਡੀਅਮ ਜਿਹੜਾ ਹੈ ਇਹਦਾ ਐਨ ਜਿਹੜਾ ਹੈ ਉੱਪਰ ਮੰਨ ਲਓ ਏਅਰ ਹੀ ਹੈ, ਇੱਥੇ ਵੀ ਏਅਰ ਹੀ ਹੈ, ਬਟ ਐਨ ਜਿਹੜਾ ਹੈ ਉਹ 3 ਦਾ ਹੈ ਐਂਡ ਇੱਥੇ ਐਨ 4 ਦਾ ਹੈ। ਕੋਈ ਲਾਈਟ ਮੈਂ ਸੇਮ ਐਂਗਲ ਤੇ ਦੋਨੋਂ ਮੀਡੀਅਮ 'ਚ ਪਾਉਂਦਾ ਹਾਂ, ਕਿੱਥੇ ਜ਼ਿਆਦਾ ਡਿਫਲੈਕਸ਼ਨ ਹੋਏਗੀ, ਹੈ ਨਾ। ਹੁਣ ਇਹ ਮੰਨ ਲਓ 4 ਹੈ, ਇਹਦਾ ਮਤਲਬ ਲਾਈਟ ਕਾफ़ੀ ਸਲੋ ਹੁੰਦੀ ਪਈ ਹੈ, ਡੈਂਸਰ ਮੀਡੀਅਮ ਹੈ। ਤਾਂ ਦੋਨਾਂ ਨੂੰ ਜੇ ਕੰਪੇਅਰ ਕਰੀਏ, ਇਹ ਦੋਨੋਂ ਮੈਂ ਸੇਮ ਐਂਗਲ ਤੇ ਇਹਨਾਂ ਮੀਡੀਅਮ ਤੇ ਪਾਵਾਂ ਤਾਂ ਜ਼ਿਆਦਾ ਬੈਂਡਿੰਗ ਜੋ ਹੋਏਗੀ, ਕਿਉਂਕਿ ਇੱਥੇ n=4 ਤੇ ਲਾਈਟ ਬਹੁਤ ਸਲੋ ਹੋ ਜਾ ਰਹੀ ਹੈ, ਇਹ ਜ਼ਿਆਦਾ ਬੈਂਡ ਕਰੇਗੀ। ਇਹ ਔਰ ਇਹ ਉਸ 'ਤੇ ਥੋੜ੍ਹਾ ਜਿਹਾ ਕਮ ਕੰਪੈਰੀਜ਼ਨ ਕਰ ਰਹੇ ਹਾਂ, ਥੋੜ੍ਹਾ ਜਿਹਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਨਾਰਮਲ ਡਰਾ ਨਹੀਂ ਕੀਤਾ ਜੀ। ਦਿਸ ਐਂਗਲ, ਸੋ ਦਿਸ ਵਿਲ ਬੀ bigger and this will be smaller. क्यों? there will be more bending because the refractive index is more। ਤਾਂ ਇਦਾਂ ਅਸੀਂ ਲੈ ਕੇ ਥੋੜ੍ਹਾ ਜਿਹਾ ਸਨੈਲਸ ਲਾਅ ਨੂੰ ਅਸੀਂ ਚੇਂਜ ਕਰ ਸਕਦੇ ਹਾਂ। ਕਿੱਦਾਂ? ਦੇਖੋ ਸਾਡਾ ਸਨੈਲਸ ਲਾਅ ਕੀ ਸੀ, v1 ਡਿਵਾਈਡਡ ਬਾਏ ਸਾਈਨ ਥੀਟਾ 1 ਇਜ਼ ਇਕੁਅਲ ਟੂ v2 ਡਿਵਾਈਡਡ ਬਾਏ ਸਾਈਨ ਥੀਟਾ 2 ਹੈ। ਆਈ ਆਰ ਵੀ ਪਾ ਸਕਦੇ ਹਾਂ, ਇੱਥੇ 1 ਦੀ ਜਗ੍ਹਾ ਆਈ ਪਾ ਲਓ, 2 ਦੀ ਜਗ੍ਹਾ ਆਰ ਪਾ ਲਓ, ਜਿੱਦਾਂ ਤੁਹਾਡੀ ਮਰਜ਼ੀ। 1 to 2 ਜਾ ਰਹੇ ਹਾਂ ਜਾਂ I to R ਜਾ ਰਹੇ ਹਾਂ। ਹੁਣ ਅਸੀਂ ਸੇਮ ਹੀ ਐਗਜ਼ਾਮਪਲ ਲੈ ਲਿਆ, ਦਿਸ ਇਜ਼ 에ਅਰ ਐਂਡ ਦਿਸ ਇਜ਼ ਵਾਟਰ, ਵਾਟਰ ਇਜ਼ ਡੈਂਸਰ, ਦ ਲਾਈਟ ਕਮਸ ਹੇਅਰ ਐਂਡ ਇਟ ਬੈਂਡਸ। ਅਸੀਂ ਪਹਿਲੇ ਹੀ ਡਿਸਾਈਡ ਕਰ ਲਿਆ ਹੈ ਕਿ ਇਹ ਕਿਹੜੇ ਐਂਗਲ ਤੇ ਹੈ, ਮੰਨ ਲਓ 30 ਡਿਗਰੀ ਤੇ ਹੈ, ਇੰਸੀਡੈਂਸ ਹੋ ਰਿਹਾ ਹੈ I is equal to 30 degree। ਸਰ what is this angle, can you tell? now I can calculate how। ਮੰਨ ਲਓ ਇਹ R ਐਂਗਲ ਹੈ, theta R angle of refraction which we want to know। now can we tell what is the velocity of light in air? air ਦਾ refractive index ਕਿੰਨਾ ਹੁੰਦਾ ਹੈ, ਵੈਕਿਊਮ ਜਿੰਨਾ ਹੀ, 1 ਕਹਿ ਸਕਦੇ ਹਾਂ। ਠੀਕ ਹੈ, ਤਾਂ ਇੱਥੇ ਮੈਂ ਵੈਲਿਊ ਲਿਖੀ ਸੀ, ਇੱਥੇ ਇੱਕ ਹੋਰ ਵੈਲਿਊ ਐਡ ਕਰਦਾ 1 ਫॉर एयर। ठीक है, ये भी याद रखना है, एयर ग्लास वाटर तो याद ही होना चाहिए है। चलो आगे चलिए। नाउ what is the velocity 1? it will be c divided by refractive index। एयर ਦਾ ਤਾਂ 1 ਹੀ ਹੁੰਦਾ ਹੈ, ਤਾਂ v1 ਮੈਂ ਕਹਿ ਸਕਦਾ ਹਾਂ, ਥੋੜਾ ਕਲਰ ਡਿਫਰੈਂਟ ਲੈ ਲਵਾਂ, I can say v1 is equal to c divided by 1 या c ही कह दवा, सेम ही रहेगी। यानी कि वैक्यूम तो जो लाइट आएगी एयर 'ਚ ਐਂਟਰ ਕਰਦੀ ਹੈ ਸਾਡੇ ਐਟਮੋਸਫੇਅਰ 'ਚ, ਤਾਂ ਉਹਦੀ ਸਪੀਡ 'ਚ ਜ਼ਿਆਦਾ ਫਰਕ ਨਹੀਂ ਪੈਂਦਾ, ਸੇਮ ਹੀ ਹੁੰਦੀ ਹੈ। ਬਟ ਫਿਰ ਵੀ ਇੱਕ ਨਾਂ ਦਿੱਤਾ ਗਿਆ ਹੈ ਕਿਉਂਕਿ ਅਰਾਊਂਡ ਵੈਲਿਊ ਹੈ 1.0003 ਹੈ ਆਈ ਗੈਸ। ਫਿਰ ਵੀ ਅਸੀਂ ਬਰਾਬਰ ਹੀ ਲੈ ਕੇ ਚੱਲਦੇ ਹਾਂ ਕਿ ਸਪੀਡ ਦੀ, ਲਾਈਟ ਦੀ ਜਿਹੜੀ ਸਪੀਡ ਹੈ ਉਹ ਹਵਾ 'ਚ, 에ਅਰ 'ਚ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਸਲੋ ਨਹੀਂ ਹੁੰਦੀ। ਚਲੋ what about v2? v2 will be c divided by water ਦਾ ਰਿਫਰੈਕਟਿਵ ਇੰਡੈਕਸ, ਹੁਣ ਸਾਨੂੰ ਯਾਦ ਹੈ that is 1.3। ਤਾਂ ਇਸ ਇਕੁਏਸ਼ਨ 'ਚ ਅਸੀਂ ਇਹ ਚੀਜ਼ ਪਾ ਸਕਦੇ ਹਾਂ। क्या क्या चीज़ें पता हैं सर? v पता है, ਹੁਣ v1 भी पता है, v2 भी पता है, साइन थीटा i भी कर लांगे, साइन 30 कितना होता है, 0.5 होता है। नाउ वी कैन कैलकुलेट दिस गाय थीटा r, साइन थीटा r। देखते हैं थोड़ा, चलो लेट्स सी दिस, लेट मी सॉल्व इट। सो v1 ਦੀ ਜਗ੍ਹਾ ਮੈਂ ਇਹ ਪਾਣ ਲੱਗਾ ਹਾਂ c डिवाइडेड 1 बाय 1 रहना, c सिंपल c पा देना हाँ। दिस इज साइन थीटा i, बेटा ये भी सॉल्व कर दिए, साइन 30 डिग्री 0.5 होता है। ठीक है, इट विल इक्वल टू v2 विच इज़ c डिवाइडेड बाय 1.3, 1.3 नीचे ही आ जाएगा, एंड मल्टीप्लाइड बाय साइन थीटा r। नाउ जिदा असी डर रहे सी 3 इंटू 10⁸, वो तो कैंसल ही हो गया, टेंशन ही नहीं। ठीक है ना, जिस तो डर रहे सी। चलो हुण असी कढ़ना साइन थीटा r है, तो साइन थीटा r नू इक्वल टू दे इधर पासे ले जाओगे तो ऊपर आ जाएगा, तो इट विल बी साइन थीटा r इज इक्वल टू 0.5, क्योंकि a उधर जाके ऊपर चल जाएगा, डिवाइडेड बाय 1.3। ओके, लेट मी टेक अ हेल्प ऑफ कैलकुलेटर कि 5/13 कितना होगा, या 0.5 बाय
1.3 5/13. Okay, so the value comes around 0.38. okay, आगे भी ले सकते हो 0.384. सो दिस इज़ आर साइन थीटा आर. बट सर मैनू साइन थीटा नहीं चाहिए, मैनू थीटा आर चाहिए. तो ये दूजे पासे ले जाना पैना है, इन्हें इनवर्स हो जाना है. आई एम सॉल्विंग इट हेयर. थीटा आर विल बी इक्वल टू साइन इनवर्स ऑफ 0.384, ਜਿਹਦੇ ਕਰਕੇ ਮੈਨੂੰ ਡਿਗਰੀ 'ਚ ਇਹ ਥੀਟਾ ਆਰ ਆ ਜਾਏ. ਕੈਲਕੂਲੇਟਰ 'ਚ ਇਨਵਰਸ ਫੰਕਸ਼ਨ ਹੁੰਦਾ ਹੈ, ਤੁਹਾਡੇ ਮੋਬਾਈਲ 'ਚ ਹੀ ਹੋਣਾ ਹੈ. ਨਾਓ ਲੈਟ ਮੀ ਕੈਲਕੂਲੇਟ ਸਾਈਨ ਇਨਵਰਸ ਆਫ what is the value 0.384. ਇਹ ਗੂਗਲ ਤੇ ਵੀ ਕਾਫੀ ਚੀਜ਼ਾਂ ਹਨ, ਤੁਸੀਂ ਦੇਖ ਸਕਦੇ ਹੋ ਆਪੇ, ਹੈ ਨਾ. ਗੂਗਲ ਵੀ ਕਰੋਗੇ ਕਿ ਫਾਈਂਡ ਇਨਵਰਸ ਆਫ ਦਿਸ, ਤਾਂ ਉੱਥੇ ਕਾਫੀ ਵੈਬਸਾਈਟਸ ਹਨ ਜਿਹੜੀ ਉੱਥੇ ਤੁਹਾਨੂੰ ਦੱਸ ਦੇਣਗੀਆਂ. ਬਟ ਕੈਲਕੂਲੇਟਰ ਤੇ ਵੀ ਹੁੰਦਾ ਹੈ. ਤਾਂ ਮੈਂ ਦੇਖਦਾ ਹਾਂ ਸਾਈਨ ਇਨਵਰਸ ਆਫ 0.384 ਲਗਭਗ 22.5 ਇਹ ਡਿਗਰੀ 'ਚ ਆਂਸਰ ਕੱਢਿਆ ਹੈ. ਨਾਓ ਥੀਟਾ ਆਰ ਇਜ਼ ਇਕੁਅਲ ਟੂ 22.5 degree. So you can see the angle has decreased, right? sin theta ਦੀ ਵੈਲਿਊ ਵੀ ਘਟ ਗਈ ਹੈ. ਪਹਿਲੇ 0.5 ਸੀ, ਹੁਣ sin theta ਦੀ ਵੈਲਿਊ 0.384 ਹੋ ਗਈ ਹੈ. ਐਂਗਲ ਦੇਖੀਏ ਤਾਂ ਪਹਿਲੇ 30 ਡਿਗਰੀ ਸੀ, ਹੁਣ 22.5 ਡਿਗਰੀ ਹੈ, ਲਗਭਗ 7.5 ਘਟ ਗਿਆ ਹੈ ਐਂਗਲ ਸਾਡਾ. ਤਾਂ ਉਸ ਹਿਸਾਬ ਨਾਲ ਅਸੀਂ ਦੇਖਦੇ ਹਾਂ ਕਿ ਐਂਗਲ ਰਿਡਿਊਸ ਹੁੰਦਾ ਪਿਆ ਹੈ. ਅਤੇ ਸਾਡਾ ਜਿਹੜਾ ਫਾਰਮੂਲਾ ਹੈ ਇਸ ਵਾਰੀ ਅਸੀਂ ਰਿਫਰੈਕਟਿਵ ਇੰਡੈਕਸ ਯੂਜ਼ ਕਰਕੇ V1 ਅਤੇ V2 ਦੀ ਜਗ੍ਹਾ ਰੱਖ ਕੇ ਇਹ ਸੋਲਵ ਕੀਤਾ ਹੈ. ਇੱਦਾਂ ਹੀ ਸਾਨੂੰ ਡਿਫਰੈਂਟ ਮੀਡੀਅਮਸ ਦੇ ਆਉਣੇ ਚਾਹੀਦੇ ਹਨ. ਹੁਣ ਦੇਖੋ ਇੱਥੇ ਵਾਟਰ ਦੀ ਜਗ੍ਹਾ ਕੀ ਹੋ ਸਕਦਾ ਸੀ, ਗਲਾਸ ਹੋ ਸਕਦਾ ਸੀ, ਹੈ ਨਾ. ਤਾਂ ਗਲਾਸ ਨਾਲ ਅਸੀਂ ਕੱਟ ਸਕਦੇ ਹਾਂ 30 ਡਿਗਰੀ, ਤੇ ਗਲਾਸ 'ਤੇ ਪਾਵਾਂਗੇ, ਜ਼ਿਆਦਾ ਹੋਏਗੀ ਬੈਂਡਿੰਗ ਹੀ ਘੱਟ, ਜ਼ਿਆਦਾ ਹੋਏਗੀ ਇਹ ਐਂਗਲ ਹੋਰ ਛੋਟਾ ਤੁਹਾਨੂੰ ਮਿਲੇਗਾ ਕਿਉਂਕਿ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੈ. ਥੈਂਕ ਯੂ.